महिमा साधु संग की सुनो मेरे मीता। मैल खोई कोट अगहरे, निर्मल भय चीता। सतनाम श्री वाहिगुरु साहिब जी। एक ओंकार सतगुर प्रसाद। श्री राग कबीर जियो का एक स्वान कै कर गावना। जननी जानत सुत बड़ा होत है, इतना को ना जाने। जे दिन दिन अवध घटत है, मोर मोर कर अधिक लाड धर। पेखत ही जमराव हसै, ऐसा तैं जग भरम लाया। कैसे बूझै जब मोहया है माया। रहाउ कहत कबीर छोड़ विखया रस। इत संगत निचो मरना, रमैया जपो प्राणी। अनत जीवन बाणी, इन विध भव सागर तरना। जां तिस भावै तां लागै भाओ, परम भुलावा विचों जाए। उपजै सहज ज्ञान मत जागै, गुर प्रसाद अंतर लिव लागै। इत संगत नाही मरना, हुक्म पछान ता खसमै मिलना। इत संगत नाही मरना, हुक्म पछान ता खसमै मिलना। रहाउ दूजा। वाहिगुरु जी का खालसा, वाहिगुरु जी की फतेह। बाणी के बोहित शब्द ब्रह्म सतगुरु धन धन श्री गुरु ग्रंथ साहब महाराज जी की पावन पवित्र हजूरी दे विच जुड़ बैठे सतसंगी जनों, सतगुरां दी कृपा सदका अज तो भगतां दी बाणी दी लड़ीवार कथा आरंभ कर रहे हैं। आप समुचिया संगतां ने असीसां बख्शनियां, अरदास करनी कि सतगुरु अपनी अमृत बाणी की सेवा आप लै लैन।
ਅਤੇ ਜੋ ਅਸੀਂ ਵਿਚਾਰੀਏ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਏ। ਕਿਉਂਕਿ ਜਿਹੜਾ ਸਤਸੰਗ ਹੈ ਉਹਦਾ ਅਰਥ ਹੀ ਇਹ ਹੈ ਕਿ ਸਾਡਾ ਜਿਹੜਾ ਸੰਗ ਹੈ ਉਹ ਸੱਚ ਦੇ ਨਾਲ ਹੋ ਜਾਏ, ਸਾਡਾ ਸੰਬੰਧ ਪ੍ਰਭੂ ਦੇ ਨਾਲ ਬਣ ਜਾਵੇ, ਕਿਉਂਕਿ ਉਹ ਸੱਤ ਹੈ, ਉਹ ਸਦੀਵ ਕਾਲੀ ਹੈ। ਭਗਤਾਂ ਨੇ ਆਪਣੇ ਵੱਲੋਂ ਰੂਹਾਨੀ ਗਿਆਨ ਸਾਨੂੰ ਬਖਸ਼ਿਸ਼ ਕੀਤਾ। 15 ਭਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਯਤਨ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ, ਦੇਹ ਰੋਗਤਾ ਬਖਸ਼ਣ, ਕਿ ਅਸੀਂ ਸਾਹਿਬਾਂ ਦੀ ਇਹ ਜੋ ਬਖਸ਼ਿਸ਼ ਹੈ, ਕਿਉਂਕਿ ਸਾਰੇ ਸੰਸਾਰ ਦਾ ਸਭ ਤੋਂ ਕੋਈ ਰੂਹਾਨੀ ਗ੍ਰੰਥ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ, ਜਿਸ ਗ੍ਰੰਥ ਦੇ ਵਿੱਚ ਵੱਖ-ਵੱਖ ਮਹਾਂਪੁਰਖਾਂ ਦੀ ਬਾਣੀ ਇੱਕ ਥਾਂ ਤੇ ਇਕੱਠੀ ਹੈ। ਇੱਥੇ ਹਰ ਇੱਕ ਧਰਮ ਦੇ ਭਗਤ ਜਿਹੜੇ ਨੇ ਇੱਕ ਥਾਂ ਤੇ ਬੈਠੇ ਹੋਏ ਨੇ ਅਤੇ ਮਾਨਵਤਾ ਨੂੰ, ਇਨਸਾਨੀਅਤ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋ ਆਓ ਅੱਜ ਤੋਂ ਆਪਾਂ ਇਹ ਵਿਚਾਰ ਆਰੰਭ ਕਰ ਰਹੇ ਹਾਂ। ਸ੍ਰੀ ਰਾਗ ਦਾ ਇਹ ਪਹਿਲਾ ਸ਼ਬਦ ਹੈ, ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਸੋ ਇਸ ਪਰਥਾਏ ਜੋ ਵਿਚਾਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਮਨੋਬਿਰਤੀਆਂ ਇਕਾਗਰ ਕਰੋ, ਸਾਹਿਬਾਂ ਨੂੰ ਝੁਕਾਓ ਸੀਸ, ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਯਾਦ ਰੱਖਣਾ, ਜਿਹੜਾ ਮੌਕਾ ਅੱਜ ਤੋਂ ਸਾਨੂੰ ਇਹ ਮਿਲਣ ਜਾ ਰਿਹਾ ਨਾ, ਇਹ ਬੜੇ ਭਾਗਾਂ ਦੇ ਨਾਲ ਮਿਲਦਾ ਹੈ, ਕਿਉਂਕਿ ਗੁਰਬਾਣੀ ਦੀ ਜਿਹੜੀ ਵਿਚਾਰ ਹੈ ਇਹੀ ਸਾਡਾ ਨਿਸਤਾਰਾ ਕਰਾ ਸਕਦੀ ਹੈ। ਸਤਿਗੁਰ ਨੇ ਬੜਾ ਸਪਸ਼ਟ ਲਿਖਿਆ, ਸਤਿਗੁਰ ਨੂੰ ਸਭ ਨੂੰ ਵੇਖਦਾ, ਜੇਤਾ ਜਗਤ ਸੰਸਾਰ। ਮਹਾਰਾਜ ਲਿਖਦੇ ਨੇ ਬਾਣੀ ਵਿੱਚ, ਡਿਠੈ ਮੁਕਤ ਨਾ ਹੋਵੇ ਜਿਚਰ ਸਬਦ ਨਾ ਕਰੇ ਵਿਚਾਰ। ਕਹਿੰਦੇ ਗੁਰੂ ਮਹਾਰਾਜ ਸਿਖਾ ਵੇਖਦਿਆਂ ਮੁਕਤੀ ਨਹੀਂ ਹੈ। ਮੁਕਤੀ ਤੇਰੀ ਹੋਵੇਗੀ, ਵਾਸਨਾਵਾਂ ਤੋਂ ਮੁਕਤ ਤਾਂ ਹੋਏਗਾ ਜੇ ਤੂੰ ਸ਼ਬਦ ਦੀ ਵਿਚਾਰ ਕਰੇਗਾ। ਅੱਜ ਦਾ ਜੋ ਉਪਦੇਸ਼, ਉਸ ਦੇ ਕੁਝ ਚੀਜ਼ਾਂ ਆਪਾਂ ਨੋਟ ਕਰ ਲਈਏ। ਪਾਵਨ ਅੰਕ 91 ਦੇ ਉੱਤੇ 91 ਦੇ ਉੱਤੇ ਇਹ ਸ਼ਬਦ ਦਰਜ ਹੈ। ਸ਼ਬਦ ਦੇ ਉੱਤੇ ਮੰਗਲਾਚਰਨ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਸਤਿਗੁਰੂ ਦੀ ਕਿਰਪਾ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ। ਭਾਵ ਕਿ ਸਭ ਤੋਂ ਪਹਿਲਾਂ ਇਹ ਗੱਲ ਦ੍ਰਿੜ ਕਰਾਈ ਗਈ ਕਿ ਰੱਬ ਇੱਕ ਹੈ। ਇਹ ਗੱਲ ਦ੍ਰਿੜ ਕਰਾਈ ਗਈ ਕਿ ਸਾਰਿਆਂ ਦੇ ਵਿੱਚ ਇੱਕੋ ਜਿਹਾ ਸਮਾਇਆ ਹੋਇਆ ਹੈ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰਿਆਂ ਦੇ ਉੱਤੇ ਇੱਕੋ ਜਿਹੀ ਕਿਰਪਾ। ਪਹਿਲੀ ਗੱਲ ਇਹ ਦ੍ਰਿੜ ਕਰਾ ਰਹੇ ਸਤਿਗੁਰ। ਦੂਜੀ ਗੱਲ, ਸ੍ਰੀ ਰਾਗ ਕਬੀਰ ਜੀਓ ਕਾ। ਸ੍ਰੀ ਰਾਗ ਦਾ ਅਰਥ ਹੈ ਕਿ ਇਹ ਰਾਗ ਦਾ ਨਾਮ ਹੈ, ਇਸ ਕਰਕੇ ਥੋੜਾ ਰੁਕਾਂਗੇ। ਸ੍ਰੀ ਰਾਗ ਕਬੀਰ ਜੀਓ ਕਾ, ਭਾਵ ਸ੍ਰੀ ਰਾਗ ਦੇ ਵਿੱਚ ਕਬੀਰ ਜੀ ਦਾ ਸ਼ਬਦ, ਇੱਦਾਂ ਅਰਥ ਕਰਾਂਗੇ। ਸ੍ਰੀ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ। ਅੱਗੇ ਇੱਕ ਹੋਰ ਪਿਆ ਹੋਇਆ ਹੈ, ਏਕ ਸਵਾਨ ਕਹਿ ਕਰ ਗਾਵਨਾ। ਇਹ ਗੱਲਾਂ ਬੜੀ ਬਰੀਕ ਨੇ ਗੁਰਮਤਿ ਦੇ ਵਿੱਚ, ਕਿਉਂਕਿ ਜਿਹੜੇ ਲੋਕ ਬਾਣੀ ਨੂੰ ਪੜ੍ਹਦੇ ਹਨ, ਖਾਸ ਕਰਕੇ ਜਿਹੜੀਆਂ ਸੰਗਤਾਂ ਸਹਿਜ ਪਾਠ ਕਰਦੀਆਂ,
ਕਈ ਵਾਰੀ ਜਦੋਂ ਇਸ ਤਰ੍ਹਾਂ ਦੇ ਸਿਰਲੇਖ ਆਉਂਦੇ ਹਨ ਤੇ ਉਹਨਾਂ ਨੂੰ ਸਮਝ ਵਿੱਚ ਨਹੀਂ ਆਉਂਦੀ ਵੀ ਗੱਲ ਕੀ ਚੱਲ ਰਹੀ ਹੈ। ਇੱਕ ਸਵਾਨ ਕੀ ਚੀਜ਼ ਹੈ ਇੱਥੇ, ਤੇ ਜਿੰਨਾ ਚਿਰ ਇਸ ਮਜ਼ਮੂਮ ਨੂੰ ਆਪਾਂ ਵਿਚਾਰਾਂਗੇ ਨਹੀਂ ਉਹਨਾਂ ਚਿਰ ਸਾਨੂੰ ਸਮਝ ਵੀ ਕੋਈ ਨਹੀਂ ਆਣੀ। ਇੱਕ ਭੁਲੇਖਾ ਬਣਿਆ ਰਹੇਗਾ, ਪਤਾ ਨਹੀਂ ਇੱਕ ਸਵਾਨ ਕੀ ਹੈ ਔਰ ਗੁਰੂ ਸਾਹਿਬ ਨੇ ਕਿਉਂ ਲਿਖਿਆ, ਕਬੀਰ ਸਾਹਿਬ ਨੇ ਲਿਖਿਆ ਜਾਂ ਗੁਰੂ ਸਾਹਿਬ ਨੇ ਲਿਖਿਆ, ਕਿੰਨੇ ਲਿਖਿਆ। ਅਸਲ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਮਾਇਆ ਦੀ ਗੱਲ ਕੀਤੀ, ਵਿਖਿਆ ਰਸ ਦੀ ਗੱਲ ਕੀਤੀ, ਪਰ ਵਿਖਿਆ ਰਸ ਕੀ ਹੁੰਦਾ ਹੈ ਉਸਦਾ ਪੂਰਾ ਖੁਲਾਸਾ ਨਹੀਂ ਕੀਤਾ ਵੀ ਮਾਇਆ ਕਿਹਨੂੰ ਕਹਿੰਦੇ ਨੇ, ਵਿਖਿਆ ਰਸ ਕੀ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਪ੍ਰਚਾਰਕ ਦੌਰੇ 'ਤੇ ਬਨਾਰਸ ਪਹੁੰਚਦੇ ਨੇ, ਉਸ ਵੇਲੇ ਭਗਤ ਕਬੀਰ ਸਾਹਿਬ ਦੀ ਬਾਣੀ ਇਕੱਤਰ ਕਰਦੇ ਆ। ਸਤਿਗੁਰ ਕੋਲ ਬਾਣੀ ਹੈ, ਸਤਿਗੁਰ ਜੀ ਉਸ ਬਾਣੀ ਨੂੰ ਵਾਚਦੇ ਨੇ, ਪੜ੍ਹਦੇ ਨੇ ਵੀ ਕਬੀਰ ਸਾਹਿਬ ਜੀ ਨੇ ਗੱਲ ਤਾਂ ਬੜੀ ਸਿਰੇ ਦੀ ਕੀਤੀ ਹੈ ਪਰ ਗੱਲ ਕਲੀਅਰ ਨਹੀਂ ਹੋ ਰਹੀ। ਤੁਸੀਂ ਕਈ ਵਾਰੀ ਵੇਖੋਗੇ ਕਿ ਗੁਰੂ ਸਾਹਿਬ ਨੇ ਆਪਣੇ ਵੱਲੋਂ ਕੁਝ ਬਾਣੀ ਜਿਵੇਂ ਐਡ ਕੀਤੀ ਭਗਤਾਂ ਦੀ ਬਾਣੀ ਦੇ ਨਾਲ, ਭਾਵੇਂ ਸ਼ੇਖ ਫਰੀਦ ਜੀ ਦੇ ਸਲੋਕਾਂ ਨੂੰ ਵੇਖ ਲਓ, ਕਬੀਰ ਸਾਹਿਬ ਦੇ ਸਲੋਕਾਂ ਦੇ ਵਿੱਚ ਤੁਸੀਂ ਨਜ਼ਰ ਮਾਰੋ ਤੇ ਗੁਰੂ ਸਾਹਿਬ ਨੇ ਆਪਣੇ ਵੱਲੋਂ ਕੁਝ ਗੱਲਾਂ ਦ੍ਰਿੜ ਕਰਾਈਆਂ। ਜਿਵੇਂ ਬਾਬਾ ਸ਼ੇਖ ਫਰੀਦ ਜੀ ਨੇ ਇੱਕ ਗੱਲ ਲਿਖੀ ਸੀ, ਕਹਿੰਦੇ ਨੇ ਸਰੀਰ ਦੇ ਵਿੱਚ ਰਤ ਨਹੀਂ ਹੁੰਦਾ, ਉਹ ਕਹਿੰਦੇ ਨੇ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਹੁਣ ਸੰਸਾਰ ਦੇ ਵਿੱਚ ਜੇ ਗੁਰੂ ਮਹਾਰਾਜ ਉਸ ਦੇ ਵਿੱਚ ਗੱਲ ਐਡ ਨਾ ਕਰਦੇ ਤਾਂ ਅੱਜ ਇੱਕ ਬਹੁਤ ਵੱਡਾ ਇਸ਼ੂ ਹੋਣਾ ਸੀ ਵੀ ਐਸਾ ਤਾਂ ਕੋਈ ਤਨ ਹੀ ਨਹੀਂ ਜਿਹਦੇ ਵਿੱਚ ਰਤ ਨਹੀਂ ਹੁੰਦਾ। ਤੇ ਭਗਤ ਸ਼ੇਖ ਫਰੀਦ ਜੀ ਆਖ ਰਹੇ ਨੇ ਕਿ ਤਨ ਵਿੱਚ ਰਤ ਨਹੀਂ ਹੁੰਦਾ ਜੇ ਕੋਈ ਤਨ ਨੂੰ ਚੀਰੇ ਤੇ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਗੁਰੂ ਅਮਰਦਾਸ ਮਹਾਰਾਜ ਨੇ ਇਸ ਗੱਲ ਨੂੰ ਨਾਲ ਐਡ ਕਰ ਦਿੱਤਾ, ਮਹਿਲਾ ਤੀਜਾ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਬਾਣੀ ਨੂੰ ਜੇ ਆਪਾਂ ਸਹੀ ਤਰੀਕੇ ਨਾਲ ਵਿਚਾਰੀਏ ਨਾ, ਫਿਰ ਜਾ ਕੇ ਸਾਨੂੰ ਗੱਲ ਸਮਝ ਆਉਂਦੀ ਹੈ ਕਿ ਬਾਣੀ ਬੜੇ ਕਮਾਲ ਦੇ ਤੱਤ ਸਤਿਗੁਰ ਨੇ ਬਾਣੀ 'ਚ ਰੱਖੇ ਹੋਏ ਨੇ। ਇਹ ਗੱਲ ਇੱਕ ਅਧੂਰੀ ਸੀ, ਭਾਵੇਂ ਆਪਣੇ ਵੱਲੋਂ ਸਹੀ ਕਹਿ ਰਹੇ ਸਨ ਕਿ ਜਦੋਂ ਕੋਈ ਮੇਰੇ ਤਨ ਨੂੰ ਚੀਰੇ ਤੇ ਮੇਰੇ ਤਨ ਵਿੱਚੋਂ ਰਤ ਨਹੀਂ ਨਿਕਲਣਾ, ਪਰ ਸਾਇੰਸ ਦੀ ਦ੍ਰਿਸ਼ਟੀ ਦੇ ਨਾਲ ਉਹ ਗੱਲ ਅਧੂਰੀ ਸੀ। ਸਾਇੰਸ ਗੱਲ ਨੂੰ ਤਰਕ ਕਰ ਸਕਦੀ ਸੀ ਵੀ ਸ਼ੇਖ ਫਰੀਦ ਜੀ ਗਲਤ ਕਹਿੰਦੇ ਨੇ। ਗੁਰੂ ਅਮਰਦਾਸ ਮਹਾਰਾਜ ਨੇ ਇਸ ਗੱਲ ਨੂੰ ਸੰਗਿਆਨ ਦੇ ਵਿੱਚ ਲਿਆ, ਇਸ ਗੱਲ ਨੂੰ ਪੜ੍ਹਿਆ, ਇਸ ਬਾਣੀ ਨੂੰ, ਤੇ ਨਾਲ ਐਡ ਕਰ ਦਿੱਤਾ ਕਿ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਤਨ ਰਤੇ ਆਪਨੇ ਤਿੰਨ ਤਨ ਲੋਭ ਰਤ ਨਾ ਹੋਏ। ਉਹਨਾਂ ਨੇ ਗੱਲ ਕਲੀਅਰ ਹੀ ਕਰ ਦਿੱਤੀ ਵੀ ਉਹਨਾਂ ਦੇ ਤਨ ਵਿੱਚ ਲੋਭ ਰੂਪੀ ਰਤ ਨਹੀਂ ਹੁੰਦਾ। ਉਸ ਦੀ ਗੱਲ ਕਰ ਰਹੇ ਨੇ ਸ਼ੇਖ ਫਰੀਦ ਜੀ, ਪਰ ਸਾਨੂੰ ਤਾਂ ਨਹੀਂ ਨਾ ਪਤਾ ਲੱਗਣਾ ਸੀ ਇਹ ਗੱਲ। ਜੇ ਗੁਰੂ ਸਾਹਿਬ ਜੀ ਐਡ ਨਾ ਕਰਦੇ ਤੇ ਸਾਨੂੰ ਥੋੜ੍ਹੀ ਪਤਾ ਲੱਗਣੀ ਸੀ ਵੀ ਇਹ ਲੋਭ ਰਤ ਦੀ ਗੱਲ ਚੱਲ ਰਹੀ ਹੈ ਇੱਥੇ। ਇਸ ਤਰ੍ਹਾਂ ਹੀ ਜਿਹੜਾ ਇਹ ਸ਼ਬਦ ਹੈ, ਇਸ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਇਹ ਗੱਲ ਆਖੀ ਮਾਇਆ ਦੀ, ਇਹ ਗੱਲ ਆਖੀ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਹਚੋ ਮਰਨਾ। ਵਿਖਿਆ ਦਾ ਰਸ ਛੱਡ ਦੇ, ਨਹੀਂ ਤਾਂ ਸੰਗਤ ਦੇ ਵਿੱਚੋਂ ਤੇਰੀ ਮੌਤ ਹੋ ਜਾਣੀ ਹੈ। ਉਹ ਰਸ ਕਿਹੜਾ ਜਿਹਦੇ ਵਿੱਚ ਸਾਡੀ ਮੌਤ ਹੋਣੀ ਹੈ? ਉਹ ਮੌਤ ਕਿਹੜੀ ਹੈ? ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ। ਗੁਰੂ ਨਾਨਕ ਪਾਤਸ਼ਾਹ ਕੋਲ ਇਹ ਸ਼ਬਦ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ ਪਿਆਰ ਵਾਲਿਓ, ਇਸ ਸ਼ਬਦ ਦੀ ਵਿਆਖਿਆ ਆਪਣੇ ਲਫ਼ਜ਼ਾਂ ਵਿੱਚ ਕਰ ਦਿੱਤੀ। ਸ੍ਰੀ ਰਾਗ ਦਾ ਸ਼ਬਦ ਸੀ, ਸ੍ਰੀ ਰਾਗ ਦੇ ਵਿੱਚ ਹੀ ਗੁਰੂ ਸਾਹਿਬ ਜੀ ਵਿਆਖਿਆ ਕਰਦੇ ਨੇ। ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਾਂ, ਭਗਤਾਂ ਦੀ ਬਾਣੀ ਜਿਸ ਰਾਗ ਦੇ ਵਿੱਚ ਹੈ, ਜੇ ਉਸ ਦੇ ਵਿੱਚ ਕੋਈ ਖੁਲਾਸਾ ਕੀਤਾ ਹੈ ਗੁਰੂ ਮਹਾਰਾਜ ਜੀ ਨੇ ਤਾਂ ਉਸੇ ਰਾਗ 'ਚ ਕੀਤਾ। ਮੇਰੇ ਕੋਲ ਤਾਂ ਸਤਿਗੁਰਾਂ ਦੀ ਕਿਰਪਾ ਸਦਕਾ ਹੋਰ ਬਹੁਤ ਸਾਰੇ ਸ਼ਬਦ ਨੇ। ਜਿਵੇਂ ਅਸੀਂ ਦੇਖਦੇ ਹਾਂ ਸ਼ੇਖ ਫਰੀਦ ਜੀ ਦਾ ਇੱਕ ਸ਼ਬਦ ਆਉਂਦਾ ਹੈ, ਉਹ ਕਹਿੰਦੇ ਹਨ
ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਨਾ, ਇਸ ਸੰਸਾਰ ਦੇ ਵਿੱਚ ਆ ਕੇ ਤੂੰ ਆਪਣਾ ਬੇੜਾ ਤਿਆਰ ਨਹੀਂ ਕੀਤਾ। ਭਗਤ ਸੇਖ ਫਰੀਦ ਜੀ ਕਹਿੰਦੇ ਨੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਬਰ ਜਬ ਉਛਲੈ ਤਬ ਤਰਨ ਦੁਹੇਲਾ। ਹੁਣ ਬੇੜਾ ਕਿਹੜਾ ਬਣਨਾ, ਉਹ ਗੱਲ ਹੀ ਨਹੀਂ ਕੀਤੀ। ਗੁਰੂ ਨਾਨਕ ਪਾਤਸ਼ਾਹ ਨੇ ਇਸ ਗੱਲ ਦੇ ਉੱਤੇ ਵੀ ਧਿਆਨ ਦਿੱਤਾ ਵੀ ਬੇੜੇ ਦਾ ਤਾਂ ਜ਼ਿਕਰ ਕੋਈ ਕੀਤਾ ਨਹੀਂ। ਦੇਖੋ ਮੈਂ ਕਹਿੰਦਾ ਗੁਰਬਾਣੀ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਸਹਿਜ ਪਾਠ ਕਰੋ ਨਾ, ਬਾਣੀ ਦੀ ਸੰਥਿਆ ਲੈ ਕੇ ਤੁਸੀਂ ਔਰ ਵਿਚਾਰ ਕੇ ਜਦੋਂ ਪਾਠ ਕਰੋ, ਤੇ ਤੁਹਾਨੂੰ ਐਸੇ ਐਸੇ ਤੱਤ ਗੁਰਬਾਣੀ ਵਿੱਚ ਮਿਲਣਗੇ, ਤੁਸੀਂ ਆਖੋਗੇ ਵੀ ਕਮਾਲ ਕੀਤੀ ਹੋਈ ਹੈ ਸਤਿਗੁਰਾਂ ਨੇ। ਤਾਂ ਐਡੀ ਕਮਾਲ, ਐਡੀ ਦੂਰ ਅੰਦੇਸੀ ਸਤਿਗੁਰਾਂ ਦੀ, ਐਡੀ ਦੂਰ ਦੀ ਸੋਚ। ਜਦੋਂ ਤੱਕ ਦੁਨੀਆ ਰਹੇਗੀ ਇਹ ਬਾਣੀ ਦੇ ਉੱਤੇ ਕੋਈ ਤਰਕ ਨਹੀਂ ਕਰ ਸਕਦਾ, ਕਿਉਂਕਿ ਸਾਹਿਬਾਨਾਂ ਨੇ ਅੱਗੇ ਦਾ ਸੋਚ ਕੇ ਚਲੇ ਨੇ। ਗੁਰੂ ਸਾਹਿਬ ਦੇ ਵਿਚਾਰ ਸੀ ਕਿ ਅੱਗੋਂ ਦੇ ਜੇ ਚੇਤੀਐ ਤਾਂ ਕਾਇਦ ਮਿਲੈ ਸਜਾਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਬਹੁਤ ਸਾਰੇ ਫਰਮਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਪਰਥਾਏ। ਹੁਣ ਉੱਥੇ ਜਦੋਂ ਗੱਲ ਲਿਖੀ ਭਗਤ ਜੀ ਨੇ, ਸੇਖ ਫਰੀਦ ਜੀ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸੋਹੀ ਰਾਗ ਦਾ ਉਹ ਸ਼ਬਦ, ਸੋਹੀ ਰਾਗ ਦੇ ਵਿੱਚ ਆਪਣਾ ਸ਼ਬਦ ਉਚਾਰਨ ਕੀਤਾ। ਸੋਹੀ ਮਹਿਲਾ ਪਹਿਲਾ, ਕਹਿੰਦੇ ਜਬ ਤਬ ਕਾ ਬੰਦ ਬੇੜਲਾ ਜਿਤ ਲੰਘੈ ਬਹੇਲਾ। ਉਹ ਕਹਿ ਰਹੇ ਨੇ ਬੇੜਾ ਬੰਦ ਨਾ ਸਕਿਓ, ਪਰ ਬੇੜਾ ਕਿਹੜਾ, ਗੁਰੂ ਨਾਨਕ ਉਹਦਾ ਜ਼ਿਕਰ ਕਰ ਰਹੇ ਨੇ ਵੀ ਜਬ ਤਬ ਦਾ ਬੇੜਾ ਬੰਨਣਾ ਤੂੰ। ਗੱਲ ਕਲੀਅਰ ਹੋ ਗਈ ਜੀ। ਮੈਂ ਦੋ ਤਿੰਨ ਉਦਾਹਰਨਾਂ ਤਾਂ ਦਿੱਤੀਆਂ ਕਿ ਸਾਡੀ ਗੱਲ ਨਾਲ ਕਲੀਅਰ ਹੋ ਜਾਏ ਵੀ ਇਹ ਜਿਹੜਾ ਸ਼ਬਦ ਗੁਰੂ ਸਾਹਿਬ ਜੀ ਨੇ ਇਸ ਦੇ ਪਰਥਾਏ ਜਦੋਂ ਇੱਕ ਹੈਡਿੰਗ ਦਿੱਤੀ ਕਿ ਏਕ ਸਵਾਨ ਕਹਿ ਕਰ ਗਾਵਨਾ, ਸਵਾਨ ਦੇ ਨੰਨੇ ਨੂੰ ਔਂਕੜ ਲੱਗੀ ਹੋਈ ਹੈ, ਤਾਂ ਕਹਿ ਜਿਹੜਾ ਹੈ ਉਹ ਸੰਬੰਧਕ ਨਹੀਂ ਆ ਸਕਦਾ। ਗੁਰਬਾਣੀ ਦੇ ਨੇਮ ਨੇ ਕੁਛ, ਜਿੱਥੇ ਕਿ ਸੰਬੰਧਕ ਲੱਗੇ ਹੁੰਦੇ ਨੇ, ਪਹਿਲੇ ਅੱਖਰ ਦੀ ਔਂਕੜ ਜਿਹੜੀ ਉਹ ਲੱਥ ਜਾਂਦੀ ਹੈ, ਪਰ ਉੱਥੇ ਲੱਥੀ ਨਹੀਂ ਹੈ। ਇਹ ਕੁਛ ਗੱਲਾਂ ਬਰੀਕ ਨੇ, ਵਿਚਾਰਨ ਵਾਲੀਆਂ ਨੇ। ਹੋ ਸਕਦਾ ਹੈ ਕਿ ਗੁਸਤਾਖੀ ਮਾਫ ਕੀ ਕਈਆਂ ਦੇ ਸਿਰ ਦੇ ਉੱਪਰੋਂ ਲੰਘ ਜਾਣ ਇਹ ਗੱਲਾਂ, ਕਿਉਂਕਿ ਇਹ ਤਾਂ ਜਿਹੜਾ ਜਾਣੇ ਉਹ ਤਾਣੇ, ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝਦਾ ਹੈ, ਪੜ੍ਹਦਾ ਹੈ, ਜਾਂ ਜਿਨ੍ਹਾਂ ਨੇ ਪੂਰੀ ਖੋਜ ਕੀਤੀ ਇਹਨਾਂ ਦੇ ਉੱਤੇ, ਉਹ ਇਸ ਗੱਲ ਨੂੰ ਸਮਝਦੇ ਨੇ, ਜਾਂ ਜਿਹੜੇ ਥੋੜ੍ਹਾ ਬਹੁਤ ਧਿਆਨ ਦਿੰਦੇ ਨੇ ਇਸ ਪਾਸੇ ਗੱਲ ਸਮਝ ਆ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਸ ਸ਼ਬਦ ਨੂੰ ਮੁੱਖ ਰੱਖ ਕੇ ਆਪਣੇ ਸ਼ਬਦ ਵਿੱਚ ਵਿਆਖਿਆ ਕੀਤੀ, ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਕੀ ਸ਼ਬਦ ਹੈ? ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੁੱਖੈ ਸਦਾ ਬਿਆਲ। ਉੱਥੇ ਜ਼ਿਕਰ ਕਰਦੇ ਨੇ ਵਿਖਿਆ ਰਸ ਕੀ ਹੈ, ਮਾਇਆ ਕੀ ਹੈ। ਕਹਿੰਦੇ ਨੇ ਬੰਦਿਆ, ਜਦੋਂ ਤੂੰ ਸਵੇਰੇ ਉੱਠਦਾ ਹੈ ਨਾ, ਇੱਕ ਸਵਾਨ ਪਾਓ ਕਿ ਲੋਭ ਰੂਪੀ ਕੁੱਤਾ, ਦੋ ਸਵਾਣੀਆਂ ਪਾਓ ਕੁੱਤੀਆਂ, ਆਸਾ ਤੇ ਤ੍ਰਿਸ਼ਨਾ ਤੇਰੇ ਨਾਲ ਉੱਠ ਪੈਂਦੀਆਂ। ਵਿਖਿਆ ਰਸ ਕੀ ਹੈ? ਜਿਹਦੀ ਸੰਗਤ ਵਿੱਚ ਸਾਡੀ ਆਤਮਿਕ ਮੌਤ ਹੋਣੀ ਹੈ, ਜਿੱਥੇ ਜਾ ਕੇ ਅਸੀਂ ਆਤਮਿਕ ਮੌਤੇ ਮਰ ਜਾਂਦੇ ਹਾਂ। ਉੱਥੇ ਉਹਨਾਂ ਨੇ ਪੂਰਾ ਵਿਆਖਿਆ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ, ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੁੱਖੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਤਾਨਕ ਰੂਪ ਰਹਾ ਕਰਤਾਰ। ਫਿਰ ਕਹਿੰਦੇ ਨੇ ਮੈਂ ਪਤ ਕੀ ਪੰਧ ਨਾ ਕਰਨੀ ਕੀ ਸਾਰ, ਹੂੰ ਵਿਕੜੈ ਰੂਪ ਰਹਾ ਵਿਕਰਾਲ। ਮੇਰਾ ਤਾਂ ਰੂਪ ਹੀ ਵਿਗੜ ਗਿਆ। ਤੇ ਕਹਿੰਦੇ ਨੇ ਤੇਰਾ ਏਕ ਨਾਮ ਤਾਰੇ ਸੰਸਾਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਤੇਰਾ ਨਾਮ ਹੀ ਹੈ ਜਿਹੜਾ ਸੰਸਾਰ ਨੂੰ ਭਵ ਸਾਗਰ ਤੋਂ ਪਾਰ ਕਰ ਸਕਦਾ ਹੈ। ਮੈਂ ਇਹ ਆਸ, ਇਹ ਆਧਾਰ। ਜੇ ਆਤਮਿਕ ਮੌਤ ਨਹੀਂ ਨਾ ਚਾਹੁੰਦੇ, ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਅਕਾਲ ਪੁਰਖ ਦੀ ਆਸ ਤੇ ਉਹਦਾ ਆਸਰਾ ਤੇ ਸਹਾਰਾ ਰੱਖ। ਆਧਾਰ ਕਿਹਦਾ ਲੈਣਾ? ਵਾਹਿਗੁਰੂ ਜੀ ਦਾ। ਟੇਕ ਕਿਸ ਦੀ ਲੈਣੀ ਹੈ? ਅਕਾਲ ਪੁਰਖ ਵਾਹਿਗੁਰੂ ਜੀ ਦੀ। ਹਮੇਸ਼ਾ ਟੇਕ ਸਿੱਖ ਨੇ ਅਕਾਲ ਪੁਰਖ ਦੀ ਲੈਣੀ ਹੈ। ਮਹਾਰਾਜ ਕਹਿੰਦੇ ਧਰ ਜੀਅਰ ਇੱਕ ਟੇਕ ਤੂੰ, ਲਾਹਾ ਵਿਡਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇਂ ਰਾਸ। ਤੂੰ ਨਾਮ ਨੂੰ ਧਿਆ, ਤੇਰੇ ਸਾਰੇ ਕਾਰਜ ਜਿਹੜੇ ਨੇ ਉਹ ਰਾਸ ਆ ਜਾਣਗੇ। ਗੁਰੂ ਨਾਨਕ ਪਾਤਸ਼ਾਹ ਨੇ ਇਹ ਵਿਆਖਿਆ ਕੀਤੀ ਸ਼ਬਦ ਦੇ ਵਿੱਚ, ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ। ਕਹਿੰਦੇ ਨੇ ਧਾਨਕ ਰੂਪ ਰਹਾ ਕਰਤਾਰ। ਬਾਬਾ ਨਾਨਕ ਜੀ ਕਹਿੰਦੇ ਨੇ ਵੀ ਜਿਹੜੀ ਗੱਲ ਕਬੀਰ ਸਾਹਿਬ ਆਖਦੇ ਨੇ ਕਿ ਵਿਖਿਆ ਦੀ ਸੰਗਤ ਵਿੱਚ ਆਤਮਿਕ ਮੌਤ ਹੁੰਦੀ ਹੈ, ਉਹ ਸੰਗਤ ਮੈਂ ਕਿਹੜੀ ਕਰ ਰਿਹਾ?
सच जानना, जे असीं सच दसन जोगे होइए ना तो यही गल साडे जीवन च वरत रही है। पर उस सच नूं असीं लुको जाने आ, पड़दे पा लैंदे आ, लोकां नूं पता चलेगा लोग की आखणगे। पर गुरु नानक पातशाह कोई पर्दा नहीं पा रहे। कहने मुख निंदा आखां दिन रात, मुख तो दिन रात निंदा करना है। दूजे नूं कहना सौखा है, अपने वल झात मारिए फिर पता लगता। बाबा नानक कहते मैं तो मुख तो दिन रात निंदा करना है, मैं तो छोटी छोटी गल्लां ना एकदम निंद देना हाँ, भंड देना हाँ। दूजे नूं निंदक कहना सौखा है, पर अपने वल जो झात मारांगे पता लगेगा मैं तो बिल्कुल ही निंदक हाँ। जो करना मैनूं नहीं सी चाहिए मैं वो भी करी जा रहा, लोग करते हैं। ते बाबा नानक कहते ने मुख निंदा आखां दिन रात, पर कर जो ही नीच सनात। मैं पराए घर की वासना रखी हुई है, मैं नीच हाँ, नीवी जात हाँ। काम क्रोध तन वसै चंडाल, काम क्रोध मेरे तन विच चंडाल वसदे ने, ते धानक रूप रहा करतार। मेरा तो धानक रूप बनया होया है। धानक कहते ने जिहड़ा मुर्दे साड़न वाला हुंदा है। धानक इहनूं कहंदे ने जिहड़ा मुर्दे साड़दा है। कदी ध्यान नाल देखना, मुर्दे साड़न वाले नूं कोई तरस नहीं हुंदा। मैं बड़े नेड़े होकर देखा शमशान घाट। कई बार ना पहला चले जाइदा सवेरे, कई बार जो किसी का अंगीठा होवे ना तो छेती चली जाइदा। जिवें रात नूं संस्कार लेट होंदे ने ना, तो कईयां दी की हुंदा है कि कोई लत्त कोई बांह जिहड़ी वो थल्ले डिग जाती है, बाकी शरीर सड़ जाता है, तो उन्होंने इस दुर्गति दे नाल करदे ने, क्योंकि उन्हां दा रूप ही यह है, क्योंकि उन्हां नूं तरस नहीं है कोई। मैं बड़े नेड़े होकर इन्हां चीज़ां नूं तकिया। तुसीं भी कभी जाके इहनूं तक सकते हो, नेड़े होकर वेख सकते हो, जिस तरह वो करते हैं। तरस नहीं है। महाराज कहते मैं धानक रूप बनया होया। अगे गुरु नानक पातशाह कहते ने फाई सुरत मलूकी वेस, हों ठगवाड़ा ठगी देस। मैं तो ठगियां मारने ते लग्या, पूरी जिंदगी ठगियां ही मारियां। सतगुरु कहते हैं मैं तो ठगां दे देश च रहना, आप ठगां ते ठगदा बंदा ठगां दे देश च ही रहेगा ना। ये साडी हालत है, ये साडी दशा है जिहदी संगत असीं कर रहे हैं। जिस संगत विचों साडी आत्मिक मौत हो रही है, गुरु नानक पातशाह व्याख्या कर रहे हैं, कह रहे ने फाई सुरत मलूकी वेस, हों ठगवाड़ा ठगी वेस, खरा सियाणा बहुता भार, धानक रूप रहा करतार। कहने लगे मैं कीता ना जाता हराम खोर। बाबा नानक कहते मैं वेखा ना मैं हराम खोर हाँ। जिस रब का खाना है कभी शुकराना नहीं करता, वह धन्यवाद नहीं करता। रब्बा तू इतना कुछ भोगण वास्ते मैनू दिता, पर तेरा कभी शुकराना नहीं। बस ਉਹਦੇ ਨਾਲ लड़ी जाना हाँ, गिले करी जाना है। रब तू किस बेस च रखिया, कभी शुकराने जो कुछ दे दिता उसका धन्यवाद कोई नहीं। ये बंदे की फितरत है। दात प्यारी विसरिया दातारा, जाने नाही मरण विचारा। दात बड़ी प्यारी लगती है, पर वाहिगुरू जी भुले हुए ने। हुण गुरु नानक पातशाह जी कबीर साहब के शब्द की व्याख्या करते हुए कहते ने, कहते मैं कीता ना जाता हराम खोर, हों क्या मुँह देसां दुष्ट चोर। मैं दुष्ट हाँ, मैं चोर हाँ। ते कहते नानक नीच कह विचार, धानक रूप रहा करतार। ये शब्द गुरु नानक पातशाह ने कबीर साहब का शब्द उन्होंने सामने सी। इस शब्द को सतगुरु जी ने उच्चारण किया। ये शब्द ताल दे हर चौथे विच उच्चारण किया गया। हुण गल समझ आ गई होगी। दो चीज़ां ने, एक तो सिरलेख की सांझ है, एक मजमूम जिहड़ा शब्दां दा दोनों का इक्को है। जिहड़ा सिद्धांत है ना दोनों शब्दों का, वो एको ही सिद्धांत के उत्ते गल कर रहे हैं। इस करके जो असी विचार करके देखिए तो इस नतीजे के उत्ते पहुँचते हाँ कि ये शब्द गुरु नानक पातशाह जी के कोल सी, ते उसकी व्याख्या विच बाबा नानक ने अपना शब्द उच्चारण किया। ते जदों जां तां गुरु नानक पातशाह जी ने जां फिर गुरु अर्जन देव जी ने
इस शब्द के उत्ते इस सिरलेख लिख दिता, एक स्वान कै कर गावना। हो सकता गुरु नानक पातशाह ने लिखा हो सकता है जो गुरु अर्जन देव जी ने गुरु ग्रंथ साहिब जी की आरंभता की है, जो बाणी लिखनी शुरू की है उस वेले किया होए, पर यह सिरलेख भगत कबीर साहब जी का नहीं है, उन्हों का नहीं है। ये लिखा होया या जा गुरु नानक पातशाह जी का या फिर गुरु अर्जन देव जी महाराज जी का। गल शायद पकड़ विच आ गई होएगी। एक स्वान कह कर गावना, पाओ कि एक स्वान दो स्वानी नाल जिहड़ा शब्द जिस घर दे विच गाया गया है, क्योंकि ये ताल दे नाल संबंध रखते हैं। घर रागी जो कीर्तन करते हैं ना, तो वख-वख घरां दे ताल ने, किसी ताल दे विच 2 घर ने, किसी दे विच 4 ने, किसी दे विच 3 ने, किसी दे 7 ने। वख-वख घरां दे अंदर ताल जिहड़े ने वो गायन किए जाते हैं। ये गल वखरी है कि अज की जिहड़ी है गायन शैली जिहड़ी है सिर्फ 2-3 घरां विच ही रह गई है। या तो लोग कहर विच गाउंदे ने, या दादरे च गाउंदे ने, या ताल दे घर चौथे च पाओ 3 ताल च गाउंदे ने। बाकी उस तो अगे कोई विरला ही है जिहड़ा कि मतलब शिखर ताल गा रहा होवे, या होर जिहड़े भानुवती ताल गा रहा होवे, या मत ताल गा रहा होवे, फिरोज ताल गा रहा हो। बेअंत ताल ने जिन्हां तालों के विच वख-वख घर ने, उन्हां विच बहुत घट लोग ने, क्योंकि उसके वास्ते बड़ा अभ्यास चाहिए गाण वास्ते। गाना ते बजाना ये बहुत बड़ी कला है। 1-2 ताल बजा लैनी सौखी है, पर तबले का पूरा ज्ञान होना ते कीर्तन का पूर्ण ज्ञान होना। असल में पूरा रागी वो है जिहड़ा 31 रागां नूं जाणदा होवे, जिहड़ा 17 घरां तक गाना जानदा होवे। नहीं तो गुस्ताखी माफ़ करना, रागी नहीं अधूरा है जी। इस करके मैं देखे सियाणे रागियां कोल मैं बैठे हैं, उन्होंने जो गल करी दी है कहते जी ज्ञानी जी अजे अधूरे हैं, कुछ भी प्राप्त नहीं होया, अजे पूरा नहीं सीख सके। जो बंदा किसी अवस्था से जाता है ना, सिख के वो एक गल कहता, सिख के कुछ भी नहीं सीख पाए। 17 जिहड़े घर ने गुरु ग्रंथ साहिब दे विच, कितने घर ने जी? 17 घर ने गुरु ग्रंथ साहिब। 31 राग ने गुरु ग्रंथ साहिब दे विच। पूरन रागी वो है जिहड़ा 17 घरां तक जाना, मतलब तालां दा सोझी रखदा होवे अते जिसनूं 31 राग प्योर गाने आउंदे होण। 31 तां प्योर राग ने, गोड़ी दीयां 12 किस्मां ने गुरु ग्रंथ साहिब दे विच। बसंत दे विच हिंडोल आदि वख-वख किस्मां ने। जदों मैं गुरु ग्रंथ साहिब दे कल्ले रागां ते देखदा ते रागां दी बड़ी प्यारी तरतीब है। खैर वो अपना विषय नहीं, क्योंकि समा इस पासे ही चले जाना। हुण आपां इसदी व्याख्या नूं समझण दा यतन करदे हां। भगत कबीर साहब जी कहंदे ने, आखण लगे ऐसा तैं जग भरम लाया। तैं दा अर्थ है हे प्रभु, इस जगत नूं तू भरम दे विच भुलेखे दे विच पाया होया। हे वाहिगुरु जी, हे अकाल पुरख वाहिगुरु, तू इस संसार नूं, इस जगत नूं, इन्हां जीवां नूं भुलेखे विच पाया होया। महाराज किहड़ा भुलेखा? कहण लगे कैसे बूझै जब मोहिया है माया रहाओ। इस शब्द का केंद्री भाव है। ये जीव किवें बुझ सकता है? क्योंकि इसनूं तू माया दे भुलेखे विच लाया होया कि ये माया मेरी है, ये मैं करदा रहिंदा है, मेरा मेरा करके इस माया नूं लाड़ करदा है। ये किवें बुझे कि ये माया करके हो रहा सारा कुछ? भी जिस भुलेखे विच मैं जी रहा, जिस करके मैं दुखी हो रहा, ये दुख का कारण ही माया है। पर यह जीव किवें बुझे, किवें समझे? क्योंकि तू इस मनुख नूं, इस जीव नूं माया दी इस भटकना दे विच, इस भुलेखे विच पाया होया कि बंदा कहना माया ही सब कुछ है। ये भुलेखा किन्ने पाया? वाहिगुरू जी ने। भगत रविदास जी कहते ने, माधवे क्या कहिए भरम ऐसा, जैसा मानिए होए ना तैसा। की कहिए भरम किदां दा? जिद्दां दा मनी बैठे उदां दा नहीं है। इत्थे व्याख्या करदे अगे आखिर ने सतगुरु, जन्नी जानत सुत वड्डा होत है। जन्नी का अर्थ है माँ, जन्म देने वाली, समझती है कि मेरा पुत्र बड़ा हो रहा है।
इतना कू ना जाने, पर इतना नहीं जानती। दिन दिन अवध घटता है, हर रोज़ उसकी उम्र घटती जा रही है। माँ जो अपने पुत्र नूं वेखदी है ना, उन्होंने हमेशा अपना पुत्र बड़ा हुंदा नज़र आउंदा है भी मेरा पुत्र बड़ा हो रहा है। भगत कबीर साहब कहते ने ये माया का ही तो भुलेखा है, माया का तो मोह है। कहते ये जानती नहीं कि हर रोज़ इसकी उम्र घटती जा रही है। फिर कहन लगे मोर मोर कर अधिक लाड धर। मोर डरता है मेरा मेरा करके बहुत लाड डरती, ये मेरा पुत्र है, ये मेरा पुत्र है। घरां विच देखो ना, जो पति पत्नी की कोई गल होंदी है, माँ कहेगी पुत्र मेरा है, कहती है ना मेरा पुत्र मैं जम्मिया नूं। ममता है, मेरे होने का लाड है, मेरा मेरा करके लाड लड़ाती है माँ। तो कहन लगे भगत कबीर साहब अधिक लाड तर बहुत ज़्यादा प्यार करती है। पर कहने पेखत ही जमराओ हसै। कहते ने धर्म राजा इस गल नूं वेख वेख के हसदा है कि इसनूं नहीं पता माया की ममता मारी माँ नूं कि इसकी तो उम्र हर रोज़ घटती है तो मौत का दिन नेड़े आ पहुँचा है। ये समझती नहीं, कहते इस गल नूं। धर्म राजा वो वेख वेख के इस गलों हसदा है भी इनू ज्ञान नहीं इस चीज़ का भी इसकी तो मौत लिखी हुई फलाने दिन तो इसका समा है। यही तो भरम है परमात्मा का। फिर अगले वचन कीते, कहन लगे कहत कबीर छोड़ विख्या रस। भगत कबीर साहब कहते ने ये विख्या का जिहड़ा रस है छड्ड दे। जिहड़ा गुरु नानक पातशाह का आपां शब्द विचारिया ना, वो सारा विख्या रस है कि एक स्वान दो स्वानी नाल भी सवेरे उठते हैं, लोभ रूपी कुत्ता उठ पैंदा है। आसा ते तृष्णा दो कुत्तियां नाल जागदियां ने, वो भौंकना शुरू कर देंदियां, बंदे नूं टिकन नहीं देंदियां। पूरा दिन बंदा भजदा रहिंदा है, उस लोभ अधीन ही है ना। लोभ का मारिया बंदा कई बार ठगियां भी मारदा है, कुछ का दूजे का बुरा भी करता है, हक भी मारदा, बड़ा कुछ करता है। गुरु नानक पातशाह ने मुख निंदा की गल आखी, उत्थे होर कई उदाहरण दे के महाराज ने आख्या कि मैं हराम खोर हाँ, नीवी जात हाँ, मेरे ये कर्म ने, मैं इदां इदां दे कर्म करदा हाँ। ये की है? ये है विख्या रस। तो जो असी विख्या दे माया दे इस रस दे विच मगन हो जाने तो कबीर साहब कहते ने कहत कबीर, कबीर साहब आखते हैं छोड़ विख्या रस, ये विख्या का रस छड्ड दे। क्यों? कहते इत संगत निहचो मरना। संगत विच रहेगा ना विख्या के रस वाली, आत्मिक मौत तेरी जरूर होएगी। शरीर मरे ना मरे, पर तेरी आत्मिक मौत, तेरे रब्बी गुणा की मौत, तेरे चंगे सुभाव की मौत हो जाएगी। इस संगत विचों जदों असीं माड़ी, एको देखो कोई इंसान हुंदा है जदों माड़ी संगत करदा है तो किदां दे काम करदा है, वही बंदा जदों चंगी संगत करन लग पैंदा है वही किदां दे काम करन लग पैंदा है। एक दास दे बड़े प्रेमी बने हुए ने गुरसिख, वो मेरे नाल कई बारी गल सांझी करते ने कि 5-6 साल पहला मैं कहते जो कर्म करता सी, कहते थानू दस नहीं सकता। शाम होनी 5 बजे बोतल खोल के बह जानी। किहड़ा ऐसा विकार है जिहड़ा मैं नहीं जिंदगी कमाया, मैं सब कुछ किया। एक दिन कहते मैं दरबार साहब गया, शब्द की ऐसी ठोकर लगी, उस दिन सब कुछ उत्ते छड़ के आ गया। उस दिन तो बाद ना शराब ना कबाब, जिंदगी में कोई चीज़ नहीं। कहते अपने घर दे विच महाराज का प्रकाश कर लिया। सवेरे ते शाम गुरु के चरणों च बैठी दा, सवेरे भी बाणी पढ़ते हैं, शाम को भी बाणी पढ़ते हैं, नितनेम भी होंदा है, दिने सहज पाठ। कहते मेरे 24 घंटिया के विचों 16-16 घंटे गुरु ग्रंथ साहब की हजूरी च लंघ जाते। एडा प्यार पै गया, एडी दयालता आ गई कि कभी किसी ने 1 रुपए नहीं सी दिंदा कि अज जे मेरे घर काम करन वाली है तो मैं रोज़ दे 100-200 रुपये उसनूं भी दे देना। पहला दयालता नहीं सी, कंजूसी सी पहला। हुण तरस आ जाता, पता लगता फलाने दे बच्चे पढ़ नहीं सकते, उन्होंने कोल किताबां नहीं हैं, स्कूल की फीसां नहीं हैं, मैं अपने कोलों भर के आ जाना। संगत का असर है ना।
ਉਸ ਸੰਗਤ ਵਿੱਚ ਆਤਮਿਕ ਮੌਤ ਹੋਈ ਸੀ, ਪਰ ਜਦੋਂ ਗੁਰੂ ਕੀ ਸੰਗਤ ਵਿੱਚ ਆਏ ਤਾਂ ਉੱਥੇ ਆਤਮਿਕ ਜੀਵਨ ਮਿਲਿਆ। ਸਿੱਖੀ ਕੀ ਦਿੰਦੀ ਹੈ ਸਾਨੂੰ? ਆਤਮਿਕ ਜੀਵਨ ਦਿੰਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਿਹੜੀ ਸੰਗਤ ਤੂੰ ਕਰ ਰਿਹਾ ਨਾ, ਇਹਦੇ ਵਿੱਚ ਤੇਰੀ ਆਤਮਿਕ ਮੌਤ ਹੋਵੇਗੀ। ਫਿਰ ਕਹਿ ਰਹੇ ਨੇ ਰਮਈਆ ਜਪੋ ਪ੍ਰਾਣੀ ਅਨੰਤ ਅਨੰਤ ਜੀਵਨ ਬਾਣੀ। ਕਹਿੰਦੇ ਨੇ ਹੇ ਪ੍ਰਾਣੀ, ਪਰਮਾਤਮਾ ਦੀ ਭਗਤੀ ਵਾਲੀ ਜਿਹੜੀ ਬਾਣੀ ਹੈ ਉਹ ਤੈਨੂੰ ਆਤਮਿਕ ਜੀਵਨ ਦੇਗੀ, ਸਦੀਵ ਕਾਲੀ ਦਾ ਜੀਵਨ ਦੇਗੀ। ਉਹ ਜੀਵਨ ਤੈਨੂੰ ਮਿਲੇਗਾ ਇਸ ਬਾਣੀ ਵਿੱਚੋਂ, ਜਿਹੜਾ ਜੀਵਨ ਕਦੀ ਮਰੇਗਾ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੇ ਇਸ ਬਾਣੀ ਦੇ ਨਾਲ ਜੁੜ ਕੇ ਜੀਵਨ ਬਤੀਤ ਕੀਤਾ ਨਾ, ਉਹ ਸਦਾ ਲਈ ਅਮਰ ਹੋ ਜਾਂਦੇ ਨੇ। ਧਰੂ ਤੇ ਪ੍ਰਹਲਾਦ ਹੋਰ ਕਿਤਨੇ ਭਗਤ ਜਿਨ੍ਹਾਂ ਨੇ ਭਗਤੀ ਕੀਤੀ, ਉਹ ਇਸ ਬਾਣੀ ਦੀ ਬਦੌਲਤ ਅੱਜ ਵੀ ਸੰਸਾਰ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਗੁਰਸਿੱਖੋ, ਤੁਹਾਡੇ ਬੱਚਿਆਂ ਦੇ ਆਨੰਦ ਕਾਰਜ ਵੀ ਉਨਾ ਚਿਰ ਸੰਪੂਰਨ ਨਹੀਂ ਹੁੰਦੇ ਜਿੰਨਾ ਚਿਰ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਸਿੰਘਾਂ ਸੰਘਣੀਆਂ ਦਾ ਨਾਮ ਨਹੀਂ ਲਿਆ ਜਾਂਦਾ, ਉਹਨਾਂ ਚਿਰ ਕੋਈ ਸਿੱਖ ਦਾ ਕਾਰਜ ਪੂਰਾ ਨਹੀਂ ਹੁੰਦਾ। ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਐਸਾ ਜੀਵਨ ਘੜਿਆ, ਐਸਾ ਜੀਵਨ ਬਣਾਇਆ ਸੀ। ਉਹਨਾਂ ਦੇ ਨਾਮ ਤੋਂ ਬਿਨਾਂ ਸਾਡਾ ਕੋਈ ਕਾਰਜ ਪੂਰਾ ਨਹੀਂ ਹੁੰਦਾ। ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਤੇ ਪਿਆਰ ਵਾਲਿਓ, ਕਬੀਰ ਸਾਹਿਬ ਕਹਿੰਦੇ ਨੇ ਰਮਈਆ ਜਪੋ ਪ੍ਰਾਣੀ। ਰਮਈਆ ਦਾ ਅਰਥ ਹੁੰਦਾ ਰਮਿਆ ਹੋਇਆ ਜਿਹੜਾ ਪਰਮਾਤਮਾ। ਭਗਤੀ ਦੀ ਬਾਣੀ ਜਿਹੜੀ ਹੈ ਨਾ, ਉਸ ਨੂੰ ਸਿਮਰੋ। ਕੀ ਹੋਵੇਗਾ? ਅਨੰਤ ਜੀਵਨ ਬਾਣੀ। ਉਸ ਬਾਣੀ ਦੇ ਨਾਲ ਉਹ ਜੀਵਨ ਮਿਲੇਗਾ ਜਿਹੜਾ ਮਰੇਗਾ ਨਹੀਂ। ਇਨ ਵਿਦ ਭਵ ਸਾਗਰ ਤਰਨਾ। ਇਸ ਢੰਗ ਦੇ ਨਾਲ ਤੁਸੀਂ ਭਵ ਸਾਗਰ ਨੂੰ ਤਰ ਜਾਓਗੇ। ਫਿਰ ਅੱਗੇ ਕਹਿ ਰਹੇ ਨੇ ਜਾ ਤਿਸ ਭਾਵੈ ਤਾਂ ਲਾਗੈ ਭਾਉ। ਜਦੋਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਓਗੇ ਨਾ, ਤੇ ਤੁਹਾਡਾ ਪ੍ਰੇਮ ਪੈਦਾ ਹੋ ਜਾਏਗਾ। ਭਰਮ ਭੁਲਾਵਾ ਵਿੱਚੋਂ ਜਾਏ। ਜਿਹੜੀ ਭਟਕਣਾ ਹੈ, ਭੁਲੇਖੇ ਨੇ, ਉਹ ਹਿਰਦੇ ਵਿੱਚੋਂ ਚਲੇ ਜਾਣ। ਇਹ ਭੁਲੇਖਾ ਚਲਾ ਜਾਏਗਾ, ਮੇਰੇ ਕੋਲ ਮਾਇਆ ਹੈਗੀ ਹੈ, ਮੈਂ ਕੁਛ ਵੀ ਕਰ ਸਕਦਾ ਹੈ ਮਾਇਆ ਤੋਂ। ਉਹਨੂੰ ਸਮਝ ਆ ਜਾਂਦੀ ਮਾਇਆ ਕੁਛ ਨਹੀਂ ਹੈ। ਲੋਕ ਕਹਿੰਦੇ ਨੇ ਮਾਇਆ ਸਭ ਕੁਛ ਹੈ, ਪਰ ਸਿੱਖ ਕਹਿੰਦਾ ਹੈ ਮਹਾਰਾਜ ਹੋਏਗੀ ਲੋਕਾਂ ਵਾਸਤੇ ਸਭ ਕੁਛ ਹੈ, ਪਰ ਮੇਰੇ ਵਾਸਤੇ ਸਭ ਕੁਝ ਤੂੰ ਹੀ ਹੈ। ਮੇਰਾ ਹੋਰ ਕੋਈ ਆਸਰਾ ਨਹੀਂ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਐਸਾ ਵਿਸ਼ਵਾਸ ਬਣ ਜਾਂਦਾ ਗੁਰੂ ਦੇ ਉੱਤੇ। ਲੋਕਾਂ ਨੂੰ ਭਰੋਸਾ ਹੋਏਗਾ ਆਪਣੀ ਮਾਇਆ ਦੇ ਉੱਤੇ, ਦਾਤਾ ਮੈਨੂੰ ਭਰੋਸਾ ਤੇਰੇ ਉੱਤੇ। ਫਿਰ ਮਹਾਰਾਜ ਕੀ ਕਹਿ ਰਹੇ ਨੇ? ਕਹਿਣ ਲੱਗੇ, ਕਹਿੰਦੇ ਜਾ ਤਿਸ ਭਾਵੈ ਤਾਂ ਲਾਗੈ ਭਾਉ। ਭਰਮ ਭੁਲਾਵਾ ਵਿੱਚੋਂ ਜਾਏ ਉਪਜੈ ਸਹਿਜ। ਅੰਦਰ ਆਤਮਿਕ ਅਡੋਲਤਾ ਦਾ ਜਨਮ ਹੋ ਜਾਂਦਾ ਹੈ। ਗਿਆਨ ਮਤ ਜਾਗੈ। ਕਹਿੰਦੇ ਨੇ ਗਿਆਨ ਦੇ ਰਾਹੀਂ, ਗਿਆਨ ਵਾਲੀ ਜਿਹੜੀ ਮਤ ਹੈ ਉਹ ਪ੍ਰਾਪਤ ਹੋ ਜਾਂਦੀ ਹੈ, ਤੇ ਇਹ ਗਿਆਨ ਦੇ ਰਾਹੀਂ ਮਤ ਜਾਗ ਜਾਂਦੀ ਹੈ। ਗੁਰ ਪ੍ਰਸਾਦ ਅੰਤਰ ਲਾਗੇ। ਗੁਰੂ ਦੀ ਕਿਰਪਾ ਸਦਕਾ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ। ਮਨ ਵਾਹਿਗੁਰੂ ਨਾਲ ਜੁੜ ਜਾਂਦਾ ਹੈ। ਅੱਗੇ ਕਹਿਣ ਲੱਗੇ ਇਤ ਸੰਗਤ ਨਾਹੀ ਮਰਨਾ। ਇਸ ਸ਼ਬਦ ਦੇ ਵਿੱਚ ਦੋ ਰਾਹੋਂ ਦੇ ਪਦੇ ਨੇ। ਜ਼ਿਆਦਾਤਰ ਸ਼ਬਦਾਂ ਵਿੱਚ ਇੱਕੋ ਹੀ ਰਾਹੋਂ ਦਾ ਪਦਾ ਹੁੰਦਾ ਹੈ, ਪਰ ਇਸ ਦੇ ਵਿੱਚ ਦੋ ਪਦੇ ਨੇ। ਇੱਕ ਵਿੱਚ ਸਵਾਲ ਕੀਤਾ ਗਿਆ, ਦੂਜੇ ਵਿੱਚ ਜਵਾਬ ਦਿੱਤਾ ਜਾ ਰਿਹਾ। ਕਹਿਣ ਲੱਗੇ ਇਤ ਸੰਗਤ ਨਾਹੀ ਮਰਨਾ। ਜੇ ਤੁਸੀਂ ਗਿਆਨ ਦੀ ਸੰਗਤ ਵਿੱਚ ਰਹੋਗੇ, ਤੁਹਾਡੇ ਹਿਰਦੇ ਦੇ ਵਿੱਚੋਂ ਗੁਰ ਪ੍ਰਸਾਦ ਵਰਤੇਗਾ, ਤੁਹਾਡੇ ਅੰਦਰ ਪਰਮਾਤਮਾ ਦੀ ਲਿਵ ਲੱਗੇਗੀ। ਇਤ ਸੰਗਤ ਨਾਹੀ ਮਰਨਾ। ਇਸ ਸੰਗਤ ਵਿੱਚ ਤੁਹਾਡੀ ਆਤਮਿਕ ਮੌਤ ਨਹੀਂ ਹੋਏਗੀ। ਹੁਕਮ ਪਛਾਣ ਤਾਂ ਖਸਮੈ ਮਿਲਣਾ। ਸਤਿਗੁਰੂ ਕਹਿੰਦੇ ਜਦੋਂ ਤੁਸੀਂ ਹੁਕਮ ਨੂੰ ਪਹਿਚਾਣ ਲਓਗੇ ਤਾਂ ਖਸਮ ਦੇ ਨਾਲ ਤੁਹਾਡਾ ਜਿਹੜਾ ਮਿਲਾਪ ਹੈ ਉਹ ਹੋ ਜਾਵੇਗਾ। ਅਸਲ ਵਿੱਚ ਸਾਰੀ ਜਿਹੜੀ ਪਿਆਰਿਓ ਖੇਡ ਹੈ ਨਾ, ਗੁਰਬਾਣੀ ਦੇ ਵਿੱਚ ਇੱਥੇ ਇਹ ਗੱਲ ਸਮਝਾਈ ਗਈ। ਪਹਿਲੇ ਰਾਹੋਂ ਦੇ ਵਿੱਚ ਗੁਰੂ ਸਾਹਿਬ ਨੇ ਮੁੱਖ ਭਾਵ ਇਹ ਧਾਰਨ ਕੀਤਾ ਕਿ ਜੀਵ ਨੂੰ ਕਿਵੇਂ ਸਮਝ ਪਏ ਕਿ ਮੈਂ ਭਟਕ ਰਿਹਾ। ਪਹਿਲਾ ਰਾਹੋਂ ਐਸਾ ਤੈਂ ਜਗ ਭਰਮ ਲਾਇਆ। ਪਹਿਲਾ ਰਾਹੋਂ ਦੇ ਵਿੱਚ ਕਹਿ ਰਹੇ ਨੇ ਕਿ ਜੀਵ ਨੂੰ ਕਿਵੇਂ ਸਮਝ ਪਏ ਕਿ ਮੈਂ ਭਟਕ ਰਿਹਾ। ਦੂਜੇ ਰਾਹੋਂ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ, ਕਹਿੰਦੇ ਨੇ ਰਜਾ ਨੂੰ ਸਮਝਣ ਵਾਲਾ ਜਿਹੜਾ ਹੈ ਉਹ ਰਜਾ ਵਾਲੇ ਵਿੱਚ ਮਿਲ ਜਾਂਦਾ। ਜਿਹੜਾ ਪਰਮਾਤਮਾ ਦੀ ਰਜਾ ਨੂੰ ਸਮਝ ਜਾਂਦਾ, ਹੁਕਮ ਪਛਾਣ ਤਾਂ ਖਸਮੈ ਮਿਲਣਾ। ਜਦੋਂ ਰਜੇ ਵਾਲੇ ਦੀ ਰਜਾ ਵਿੱਚ ਆ ਜਾਂਦੇ ਆ, ਜੋ ਸਾਰੇ ਸੰਸਾਰ ਨੂੰ ਆਪਣੀ ਰਜਾ ਵਿੱਚ ਰੱਖਦਾ ਹੈ, ਜਦੋਂ ਉਸਦੀ ਰਜਾ ਨੂੰ ਸਮਝ ਲੈਂਦੇ ਆ ਨਾ, ਤੇ ਰਜਾ ਵਾਲੇ ਵਿੱਚ ਜਾ ਕੇ ਮਿਲ ਜਾਂਦੇ ਆ, ਖਸਮ ਨੂੰ ਮਿਲ ਜਾਂਦੇ ਆ। ਇਸ ਦਾ ਅਰਥ ਇਹ ਹੋਇਆ, ਜੇ ਉਸਦੇ ਹੁਕਮ ਨੂੰ ਪਹਿਚਾਣ ਲਿਆ, ਉਸਦੀ ਰਜਾ ਦੀ ਸਮਝ ਆ ਗਈ ਤਾਂ ਸਮਝ ਲਓ ਅਸੀਂ ਰੱਬ ਦੇ ਵਿੱਚ ਮਿਲ ਗਏ। ਜੇ ਹੁਕਮ ਦੀ ਸਮਝ ਨਹੀਂ ਆਈ ਤਾਂ ਸਮਝ ਲਓ ਅਸੀਂ ਰੱਬ ਦੇ ਨਾਲ ਨਹੀਂ ਮਿਲੇ। ਇਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਵੀ ਕਿਹਾ,
ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਪਛਾਣੇਗਾ ਨਾ, ਉਹੀ ਅਕਾਲ ਪੁਰਖ ਦਾ ਰੂਪ ਹੋਏਗਾ। ਇਸ ਕਰਕੇ ਆਪਾਂ ਉਸਦੇ ਹੁਕਮ ਵਿੱਚ ਆਉਣਾ ਹੈ, ਹੁਕਮ ਦੀ ਸੰਗਤ ਵਿੱਚ ਰਹਾਂਗੇ, ਉਸਦੇ ਰਜਾ ਵਿੱਚ ਰਹਾਂਗੇ, ਫਿਰ ਕਦੀ ਆਤਮਿਕ ਮੌਤ ਨਹੀਂ ਹੋਏਗੀ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਪਾਵਨ ਸ਼ਬਦ ਰਾਹੀਂ ਸਾਨੂੰ ਇਹ ਗਿਆਨ ਦਿੱਤਾ। ਸੋ ਆਪਾਂ ਇਹ ਸਿੱਖਿਆ ਆਪਣੇ ਜੀਵਨ 'ਚ ਵਸਾਈਏ ਅਤੇ ਆਪਣੇ ਜੀਵਨ ਨੂੰ ਸਫਲ ਕਰੀਏ। ਇਤਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।